ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਸਾਹਿਬ ਬਾਲ ਲੀਲਾ ਵਿੱਚ ਚੋਜ ਵਰਤਾਉਂਦੇ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਵਿੱਚ ਕੁਝ ਕਾਗਜ਼ ਫੜੇ ਹੋਏ ਨੇ। ਤਾਂ ਪਿਤਾ ਜੀ ਕਹਿਣ ਲੱਗੇ, ਨਾਨਕ ਜੀ ਤੁਸੀਂ ਕੀ ਪੜ੍ਹ ਰਹੇ ਹੋ? ਤਾਂ ਗੁਰੂ ਸਾਹਿਬ ਕਹਿਣ ਲੱਗੇ, ਪਿਤਾ ਜੀ 7 ਸ਼ਲੋਕੀ ਗੀਤਾ ਪੜ੍ਹ ਰਹੇ ਹਾਂ। ਪਿਤਾ ਜੀ ਸੁਣ ਕੇ ਹੈਰਾਨ ਹੋ ਗਏ, ਕਹਿਣ ਲੱਗੇ ਮੈਨੂੰ ਵੀ ਸੁਣਾਓਗੇ? ਗੁਰੂ ਸਾਹਿਬ ਨੇ ਪਹਿਲਾਂ ਸ਼ਲੋਕ ਸੁਣਾਏ, ਫਿਰ ਉਹਨਾਂ ਦੇ ਅਰਥ ਕਰਕੇ ਸੁਣਾਏ। ਮਹਿਤਾ ਕਾਲੂ ਜੀ ਹੈਰਾਨ ਹੋ ਗਏ ਕਿ ਨਾਨਕ ਨੇ ਤਾਂ ਇਹ ਪਹਿਲਾਂ ਪੜ੍ਹੇ ਨਹੀਂ, ਇਹਨਾਂ ਨੂੰ ਇਹ ਕਿਵੇਂ ਆ ਗਏ? ਜੋ ਪਾਂਧੇ ਨੇ ਕਿਹਾ ਸੀ ਉਹ ਸੱਚ ਹੈ, ਇਹ ਤਾਂ ਪਹਿਲਾਂ ਹੀ ਪੜ੍ਹੇ ਪੜ੍ਹਾਏ ਹਨ। ਇਹਨਾਂ ਦੇ ਸਮੇਂ ਜਦੋਂ ਹਰਦਿਆਲ ਨੇ ਬੋਲ ਕਹੇ ਸੀ ਉਹ ਵੀ ਸੱਚ ਹੋ ਰਹੇ ਨੇ। ਮਹਿਤਾ ਕਾਲੂ ਜੀ ਘਰ ਆਏ, ਮਾਤਾ ਜੀ ਨੂੰ ਕਿਹਾ ਕਿ ਨਾਨਕ ਤਾਂ ਬੜਾ ਸਿਆਣਾ ਹੈ, ਪਤਾ ਨਹੀਂ ਵੱਡਾ ਹੋ ਕੇ ਐਦਾਂ ਰਹੇ ਕਿ ਨਾ ਰਹੇ। ਮਾਤਾ ਜੀ ਨੇ ਵੀ ਕਿਹਾ ਕਿ ਇਹ ਆਮ ਬਾਲਕਾਂ ਵਾਂਗ ਨਹੀਂ, ਜਦੋਂ ਹੋਇਆ ਸੀ ਤਾਂ ਇਹ ਹੱਸ ਰਿਹਾ ਸੀ। ਜਦੋਂ ਇਹ ਬੱਚਿਆਂ ਵਿੱਚ ਖੇਡਦਾ ਹੈ ਤਾਂ ਇਹ ਕਿਸੇ ਬੱਚੇ ਨਾਲ ਲੜਦਾ ਨਹੀਂ, ਇਹ ਕਿਸੇ ਨਾਲ ਕੋੜੇ ਬੋਲ ਨਹੀਂ ਬੋਲਦਾ। ਜਦੋਂ ਬੋਲਦਾ ਹੈ ਤਾਂ ਸਾਰੇ ਬੱਚੇ ਇਹਦੇ ਕੋਲ ਆ ਕੇ ਸੁਣਦੇ ਹਨ। ਇਹ ਕੋਈ ਅਵਤਾਰੀ ਪੁਰਖ ਹੈ। ਇਸ ਤਰ੍ਹਾਂ ਮਾਤਾ ਪਿਤਾ ਜੀ ਆਪਸ 'ਚ ਕਹਿ ਰਹੇ ਨੇ। ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਾਲ ਲੀਲਾ ਕਰ ਰਹੇ ਨੇ। ਸੰਗਤ ਜੀ ਹੁਣ ਕਥਾ ਸਰਵਣ ਕਰੀਏ ਜੀ। ਪੁੱਤਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਰ ਪ੍ਰਕਾਰ ਦੀਆਂ ਖੇਡਾਂ ਖੇਡਦੇ ਹਨ। ਰਾਈ ਪੋਏ ਤਲਵੰਡੇ ਦੇ ਬਾਜ਼ਾਰਾਂ ਵਿੱਚ ਗੁਰੂ ਸਾਹਿਬ ਬੜੀ ਤੇਜ਼ੀ ਨਾਲ ਦੌੜਦੇ ਹਨ। ਕਦੇ ਗੁਰੂ ਸਾਹਿਬ ਬੱਚਿਆਂ ਨਾਲ ਦਰਖਤਾਂ ਤੇ ਚੜ੍ਹਦੇ ਨੇ, ਕਦੇ ਗੁਰੂ ਸਾਹਿਬ ਤਣਿਆਂ ਤੇ ਚੜ੍ਹ ਕੇ ਹੁਲਾਰਾ ਮਾਰਦੇ ਨੇ, ਕਦੇ ਗੁਰੂ ਸਾਹਿਬ ਦਰਖਤ ਤੋਂ ਥੱਲੇ ਛਾਲ ਮਾਰਦੇ ਨੇ। ਬੱਚੇ ਜਦੋਂ ਸਤਿਗੁਰੂ ਜੀ ਨੂੰ ਮਿਲਦੇ ਹਨ ਤਾਂ ਆਪਸ ਵਿੱਚ ਅੱਖੀ ਮੀਟਣ ਖੇਡਦੇ ਹਨ। ਅੱਖਾਂ ਉੱਤੇ ਹੱਥ ਰੱਖ ਕੇ ਅੱਖਾਂ ਮੀਟ ਲੈਂਦੇ ਹਨ ਤੇ ਇਸ ਪ੍ਰਕਾਰ ਦੌੜ ਕੇ ਭੱਜ ਕੇ ਇੱਕ ਦੂਜੇ ਨੂੰ ਲੱਭਦੇ ਹਨ। ਗੁਰੂ ਸਾਹਿਬ ਇੰਨੀ ਤੇਜ਼ੀ ਨਾਲ ਦੌੜਦੇ ਨੇ ਕਿ ਕੋਈ ਬੱਚਾ ਗੁਰੂ ਸਾਹਿਬ ਨੂੰ ਪਕੜ ਨਹੀਂ ਸਕਦਾ। ਗੁਰੂ ਸਾਹਿਬ ਤੋਂ ਵੱਡੇ ਬਾਲਕ ਵੀ ਗੁਰੂ ਸਾਹਿਬ ਦਾ ਮੁਕਾਬਲਾ ਨਹੀਂ ਕਰ ਸਕਦੇ, ਇੰਨੀ ਤੇਜ਼ੀ ਨਾਲ ਗੁਰੂ ਸਾਹਿਬ ਦੌੜਦੇ ਸਨ। ਗੁਰੂ ਸਾਹਿਬ ਦਾਈਦਾਨਾ ਵੀ ਖੇਡਦੇ ਸਨ। ਇੱਕ ਬੱਚਾ ਵਿੱਚ ਖੜ ਜਾਂਦਾ ਸੀ ਤੇ ਬਾਕੀ ਸਾਰੇ ਉਹਨੂੰ ਘੇਰਾ ਪਾ ਕੇ ਖੜ ਜਾਂਦੇ ਸਨ। ਉਹ ਫਿਰ ਬੱਚਿਆਂ ਨੂੰ ਛੂੰਹਦਾ ਸੀ। ਜਿਹਨੂੰ ਉਹ ਛੂੰਹਦਾ ਸੀ ਉਹਨੇ ਫਿਰ ਵਿੱਚ ਆ ਕੇ ਖੜੇ ਹੋ ਜਾਣਾ, ਫਿਰ ਉਹਨੇ ਕਿਸੇ ਦੂਜੇ ਨੂੰ ਛੂਹਣਾ। ਇਸ ਤਰ੍ਹਾਂ ਉਹ ਦਾਈਦਾਨਾ ਖੇਡਦੇ ਸਨ। ਫਿਰ ਉਹ ਚੱਕਣ ਚਕਾਈ ਖੇਡਦੇ ਸਨ। ਮੋਢਿਆਂ ਤੇ ਇੱਕ ਦੂਜੇ ਨੂੰ ਚੱਕ ਕੇ ਦੌੜਦੇ ਸਨ। ਉਹ ਪੱਥਰ ਤੇ ਪੱਥਰ ਮਾਰਦੇ, ਜਿੱਥੇ ਤੱਕ ਪੱਥਰ ਜਾਂਦਾ ਉੱਥੇ ਤੱਕ ਉਹ ਬੱਚੇ ਨੂੰ ਚੁੱਕ ਕੇ ਲੈ ਕੇ ਜਾਂਦੇ। ਉਹ ਇਸ ਪ੍ਰਕਾਰ ਦੀਆਂ ਖੇਡਾਂ ਖੇਡਦੇ, ਜਾਂ ਮੋਢਿਆਂ ਤੇ ਦੂਜੇ ਬੱਚਿਆਂ ਨੂੰ ਚੱਕ ਕੇ ਦੌੜਦੇ ਤੇ ਇੱਕ ਦੂਜੇ ਨੂੰ ਪਕੜਨ ਦਾ ਯਤਨ ਕਰਦੇ। ਉਹਨਾਂ ਨੇ ਇੱਕ ਨਿਸ਼ਾਨੀ ਬਣਾਈ ਹੁੰਦੀ ਸੀ। ਉਹ ਦੇਖਦੇ ਸੀ ਕਿ ਇਹ ਚੁੱਕ ਕੇ ਬੱਚਿਆਂ ਨੂੰ ਉੱਥੇ ਤੱਕ ਲੈ ਕੇ ਜਾਂਦੇ ਨੇ ਕਿ ਨਹੀਂ। ਉਹ ਆਪਣੇ ਤੋਂ ਜ਼ਿਆਦਾ ਵਜ਼ਨ ਵਾਲੇ ਬੱਚਿਆਂ ਨੂੰ ਵੀ ਚੁੱਕ ਕੇ ਦੌੜਦੇ ਸਨ। ਜਿੱਥੇ ਨਿਸ਼ਾਨੀ ਦੱਸੀ ਹੁੰਦੀ ਉਹ ਉੱਥੇ ਤੱਕ ਦੌੜਦੇ। ਉਹ ਵੱਡੀ ਸਾਰੀ ਇੱਕ ਮਿੱਟੀ ਦੀ ਢੇਰੀ ਬਣਾ ਲੈਂਦੇ ਸਨ ਤੇ ਉਹ ਮਿੱਟੀ ਦੀ ਢੇਰੀ ਵਿੱਚ ਛਾਲ ਮਾਰਦੇ ਸਨ। ਬੇਦੀ ਵੰਸ਼ ਦੇ ਸਾਰੇ ਬਾਲਕ ਗੁਰੂ ਸਾਹਿਬ ਦੇ ਨਾਲ ਆ ਕੇ ਇਹ ਸਾਰੀਆਂ ਖੇਡਾਂ ਖੇਡਦੇ। ਇਹਨਾਂ ਸਾਰਿਆਂ ਨੇ ਸਰੀਰ ਤੇ ਆਭੂਸ਼ਣ ਪਹਿਨੇ ਹੋਏ ਸੀ ਤੇ ਜਦੋਂ ਇਹ ਖੇਡਦੇ ਤਾਂ ਉਹਨਾਂ ਆਭੂਸ਼ਣਾਂ ਦੇ ਖੜਕਣ ਦੀ ਆਵਾਜ਼ ਆਉਂਦੀ। ਕਈ ਬੱਚਿਆਂ ਨੇ ਕਾਂਵਾਂ ਦੇ ਖੰਭ ਲੈ ਲੈਣੇ ਤੇ ਜਿਹੜੇ ਜੂੜੇ ਕੀਤੇ ਹੁੰਦੇ ਉਹਨਾਂ ਵਿੱਚ ਖੰਭ ਲਗਾ ਲੈਣੇ। ਜੇ ਉਹਨਾਂ ਨੂੰ ਕੋਈ ਹੋਰ ਪੰਛੀ ਦਾ ਖੰਭ ਮਿਲ ਜਾਂਦਾ ਤਾਂ ਉਹਨਾਂ ਨੇ ਉਹ ਖੰਭ ਆਪਣੇ ਕੇਸਾਂ ਵਿੱਚ ਲਾ ਲੈਣਾ। ਰਾਏ ਪੋਏ ਤਲਵੰਡੀ ਦੇ ਜਿਹੜੇ ਬ੍ਰਾਹਮਣ ਸੀ ਉਹਨਾਂ ਦੇ ਬੱਚੇ ਆ ਕੇ ਵੀ ਉੱਥੇ ਖੇਡਦੇ। ਉਹਨਾਂ ਦੀ ਭੋਜਨ ਵੱਲ ਵੀ ਕੋਈ ਇੱਛਾ ਨਹੀਂ ਸੀ। ਉਹਨਾਂ ਦੀ ਕੇਵਲ ਇੱਛਾ ਗੁਰੂ ਸਾਹਿਬ ਨਾਲ ਖੇਡਣ ਦੀ ਸੀ। ਜਿਹੜਾ ਬੱਚਾ ਗੁਰੂ ਸਾਹਿਬ ਦੇ ਨਾਲ ਖੇਡਣ ਵਾਸਤੇ ਪਹਿਲੀ ਵਾਰੀ ਆਂਦਾ ਉਹ ਫਿਰ ਰੋਜ਼ ਆਉਣਾ ਸ਼ੁਰੂ ਕਰ ਦਿੰਦਾ। ਜਦੋਂ ਸਵੇਰੇ ਬੱਚਿਆਂ ਦੀ ਅੱਖ ਖੁੱਲਦੀ ਤਾਂ ਉਹਨਾਂ ਦਾ ਮਨ ਹੁੰਦਾ ਕਿ ਗੁਰੂ ਸਾਹਿਬ ਨੂੰ ਮਿਲੀਏ। ਜਿਹੜਾ ਬੱਚਾ ਖੇਡਣ ਵਾਸਤੇ ਇੱਕ ਦਿਨ ਆ ਜਾਂਦਾ ਉਹ ਅਗਲੇ ਦਿਨ ਗੁਰੂ ਸਾਹਿਬ ਕੋਲ ਆਪ ਹੀ ਖੇਡਣ ਵਾਸਤੇ ਪਹੁੰਚ ਜਾਂਦਾ। ਇਹਨਾਂ ਬਾਲਕਾਂ ਦੇ ਪੂਰਬਲੇ ਜਨਮਾਂ ਦੇ ਭਾਗ ਜਾਗੇ ਨੇ ਜਿਹੜਾ ਇਹਨਾਂ ਨੂੰ ਸਤਿਗੁਰੂ ਨਾਲ ਸੰਗ ਪ੍ਰਾਪਤ ਹੋਇਆ। ਗੁਰੂ ਸਾਹਿਬ ਉਹਨਾਂ ਬਾਲਕਾਂ ਨਾਲ ਗੱਲਾਂ ਕਰਦੇ ਨੇ ਤੇ ਉਹਨਾਂ ਨੂੰ ਸਪਰਸ਼ ਕਰਦੇ ਨੇ ਤੇ ਉਹ ਵੀ ਗੁਰੂ ਸਾਹਿਬ ਨੂੰ ਸਪਰਸ਼ ਕਰਦੇ ਨੇ। ਗੁਰੂ ਸਾਹਿਬ ਉਹਨਾਂ ਬਾਲਕਾਂ ਨੂੰ ਆਪਣੇ ਨਾਲ ਬਿਠਾ ਲੈਂਦੇ ਤੇ ਪਹੇਲੀਆਂ ਪਾਉਂਦੇ। ਬਾਲਕ ਇੱਕ ਦੂਜੇ ਨੂੰ ਬੁਝਾਰਤਾਂ ਪਾਉਂਦੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮਨੁੱਖੀ ਸਰੀਰ ਧਾਰਨ ਕੀਤਾ ਹੈ ਪਖੰਡ ਦਾ ਨਾਸ਼ ਕਰਨ ਵਾਸਤੇ। ਜਿੱਥੇ ਜਿੱਥੇ ਪਖੰਡ ਸੀ ਗੁਰੂ ਸਾਹਿਬ ਨੇ ਪਖੰਡ ਦਾ ਵਿਰੋਧ ਕੀਤਾ। ਜਿਵੇਂ ਸੂਰਜ ਚੜ੍ਹਦਿਆਂ ਤਾਰੇ ਛੁਪ ਜਾਂਦੇ ਨੇ
ਇਸ ਤਰ੍ਹਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਹੋਣ ਨਾਲ ਸਾਰੇ ਪਖੰਡੀ ਚੁੱਪ ਗਏ। ਗੁਰੂ ਸਾਹਿਬ ਆਏ ਹੀ ਪਖੰਡ ਨੂੰ ਨਾਸ਼ ਕਰਨ ਵਾਸਤੇ ਸੀ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮੈਂ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਬੰਦਨਾ ਕਰਦਾ, ਉਹਨਾਂ ਨੂੰ ਨਮਸਕਾਰ ਕਰਦਾ ਹਾਂ। ਜਿਵੇਂ ਤੀਰ ਕਿਸੇ ਨਿਸ਼ਾਨੇ ਨੂੰ ਵਿੰਨ ਦਿੰਦਾ ਹੈ, ਇਸ ਤਰੀਕੇ ਸ਼ਿਵਜੀ ਜੀ ਦਾਜ ਉੱਤੇ ਹਮਲਾ ਕਰਕੇ ਉਹਨੂੰ ਵਿੰਨਦੇ ਹਨ। ਜਿਵੇਂ ਚੀਵਰ ਦਾ ਜਾਲ ਮੱਛੀਆਂ ਨੂੰ ਕਾਬੂ ਵਿੱਚ ਕਰਦਾ ਹੈ, ਬੱਬਰ ਸ਼ੇਰ ਜਿਵੇਂ ਆਪਣੇ ਸ਼ਿਕਾਰ ਨੂੰ ਕਾਬੂ ਵਿੱਚ ਕਰਦਾ ਹੈ, ਬਾਜ ਜਿਵੇਂ ਚਿੜੀ ਨੂੰ ਕਾਬੂ ਕਰਦਾ ਹੈ, ਜਿਵੇਂ ਚੰਡਕਾ ਨੇ ਦੈਂਤ ਨੂੰ ਕਾਬੂ ਵਿੱਚ ਕੀਤਾ ਹੋਇਆ ਤੇ ਉਹ ਸ਼ੋਭਾ ਪਾ ਰਹੇ ਹਨ, ਜਿਵੇਂ ਪਰਸ਼ੂਰਾਮ ਜੀ ਨੇ ਛਤਰੀਆਂ ਉੱਤੇ ਕਾਬੂ ਕੀਤਾ, ਰਾਮਚੰਦਰ ਜੀ ਨੇ ਜਿਵੇਂ ਬਲ ਦਿਖਾ ਕੇ ਰਾਵਣ ਨੂੰ ਕਾਬੂ ਕੀਤਾ, ਤੇ ਬਲਰਾਮ ਜਿਹੜੇ ਸ਼੍ਰੀ ਕ੍ਰਿਸ਼ਨ ਜੀ ਦੇ ਭਰਾਤਾ ਸਨ, ਉਹਨਾਂ ਨੇ ਜਰਾਸੰਧ ਨੂੰ ਕਾਬੂ ਵਿੱਚ ਕੀਤਾ। ਜਿਵੇਂ ਇੰਦਰ ਦੇਵਤੇ ਨੇ ਪਹਾੜ ਨੂੰ ਚਕਨਾਚੂਰ ਕੀਤਾ, ਇਸੇ ਤਰ੍ਹਾਂ ਗੁਰਸਿੱਖ ਮੋਹ ਨੂੰ ਕਾਬੂ 'ਚ ਰੱਖਦੇ ਨੇ। ਗੁਰਸਿੱਖ ਤੇ ਮੋਹ ਹਾਵੀ ਨਹੀਂ ਹੁੰਦਾ, ਉਹ ਉਸ ਨੂੰ ਜਿੱਤ ਲੈਂਦਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਇਹੋ ਜਿਹੇ ਗੁਰਸਿੱਖਾਂ ਨੂੰ ਮੇਰੀ ਨਮਸਕਾਰ ਹੈ। ਇਹ ਕਥਾ ਭਾਈ ਬਾਲਾ ਜੀ ਧੰਨ ਸ਼੍ਰੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ। ਇਹ ਕਥਾ ਸ਼੍ਰੀ ਖੰਡੂਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਸੁਣਾ ਰਹੇ ਨੇ। ਭਾਈ ਬਾਲਾ ਜੀ ਕਹਿਣ ਲੱਗੇ, ਮੈਂ ਤੁਹਾਨੂੰ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਹੋਰ ਇਤਿਹਾਸ ਸੁਣਾਨਾ। ਗੁਰੂ ਸਾਹਿਬ ਬਾਲਕਾਂ ਨਾਲ ਖੇਡਾਂ ਖੇਡਦੇ, ਜਦੋਂ ਪਿਤਾ ਜੀ ਆਂਦੇ ਤਾਂ ਗੁਰੂ ਸਾਹਿਬ ਨਾਲ ਬੜਾ ਦੁਲਾਰ ਕਰਦੇ, ਉਹਨਾਂ ਦਾ ਮੱਥਾ ਚੁੰਮਦੇ ਤੇ ਉਹਨਾਂ ਨਾਲ ਲਾੜ ਲੜਾਉਂਦੇ। ਬੜੇ ਸੋਹਣੇ ਗਹਿਣੇ ਤੇ ਬੜੇ ਸੋਹਣੇ ਵਸਤਰ ਗੁਰੂ ਸਾਹਿਬ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ। ਰਾਏ ਭੋਜ ਦੀ ਤਲਵੰਡੀ ਵਿੱਚ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵਿਚਰ ਰਹੇ ਨੇ, ਜਿਸ ਨੂੰ ਅਸੀਂ ਹੁਣ ਨਨਕਾਣਾ ਸਾਹਿਬ ਕਹਿੰਦੇ ਹਾਂ। ਕਦੇ ਗੁਰੂ ਸਾਹਿਬ ਜੀ ਦੌੜ ਕੇ ਦੂਰ ਤੱਕ ਜਾਂਦੇ ਨੇ, ਕਦੇ ਦੌੜਦਿਆਂ ਬਹਿ ਜਾਂਦੇ ਨੇ ਤੇ ਪਿੱਠੇ ਬੋਲ ਉਚਾਰਦੇ ਨੇ। ਮਾਤਾ ਜੀ ਕੋਲ ਆ ਕੇ ਲੈ ਕੇ ਭੋਜਨ ਚੱਕਦੇ ਹਨ। ਉਹ ਆਪ ਗੁਰੂ ਸਾਹਿਬ ਨੂੰ ਭੋਜਨ ਛਕਾਉਂਦੇ ਨੇ ਤੇ ਗੁਰੂ ਸਾਹਿਬ ਤੋਂ ਬਲਿਹਾਰ ਜਾਂਦੇ ਹਨ। ਇੱਕ ਦਿਨ ਮਹਿਤਾ ਕਾਲੂ ਜੀ ਨੇ ਵਿਚਾਰ ਬਣਾਇਆ ਕਿ ਗੁਰੂ ਸਾਹਿਬ ਨੂੰ ਪਾਂਧੇ ਕੋਲ ਪੜ੍ਹਨੇ ਪਾਇਆ ਸੀ ਤੇ ਉੱਥੇ ਉਹ ਪੜ੍ਹਿਆ ਨਹੀਂ, ਤੇ ਪੜ੍ਹਨ ਤੋਂ ਬਿਨਾਂ ਮੇਰੇ ਪੁੱਤ ਦੀ ਉਮਰ ਨਿਕਲਦੀ ਜਾ ਰਹੀ ਹੈ। ਇਹ 7-8 ਸਾਲ ਦਾ ਹੋ ਗਿਆ ਤੇ ਪੜ੍ਹਨ ਤੋਂ ਬਿਨਾਂ ਮੇਰੇ ਪੁੱਤ ਦੀ ਉਮਰ ਬੀਤਦੀ ਜਾ ਰਹੀ ਹੈ। ਜਦੋਂ ਇਹ ਪੜ੍ਹੇਗਾ ਹੀ ਨਹੀਂ ਤਾਂ ਵੱਡੇ ਹੋ ਕੇ ਕੀ ਕੰਮ ਕਰੇਗਾ? ਇਹ ਆਪਣਾ ਗੁਜ਼ਾਰਾ ਕਿਵੇਂ ਚਲਾਵੇਗਾ? ਇਹ ਵੱਡਾ ਹੋ ਕੇ ਧਨ ਕਿਵੇਂ ਕਮਾਏਗਾ? ਜਿਹੜਾ ਆਪਣਾ ਪਟਵਾਰੀ ਦਾ ਕੰਮ ਹੈ, ਇਹ ਪੜ੍ਹਨ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਜਿਹੜਾ ਆਪਣੇ ਘਰ ਦੀ ਇੱਜ਼ਤ ਛੱਡ ਕੇ ਕੋਈ ਦੂਜਾ ਕੰਮ ਕਰੇ ਤਾਂ ਲੋਕ ਨਿੰਦਾ ਕਰਦੇ ਨੇ। ਹੁਣ ਇਹਦੀ ਪੜ੍ਹਾਈ ਦੀ ਉਮਰ ਹੈ, ਜੇ ਵੱਡਾ ਹੋ ਗਿਆ ਤਾਂ ਇਹਦੇ ਦਿਮਾਗ ਵਿੱਚ ਪੜ੍ਹਾਈ ਪੈਣੀ ਨਹੀਂ। ਜੇ ਇਹ ਵੱਡਾ ਹੋ ਜਾਏਗਾ ਤਾਂ ਇਹਨੂੰ ਪੜ੍ਹਨਾ ਔਖਾ ਹੋ ਜਾਏਗਾ। ਗੁਰੂ ਸਾਹਿਬ ਦੇ ਪਿਤਾ ਜੀ ਨੇ ਗੁਰੂ ਸਾਹਿਬ ਦੀ ਬਾਂਹ ਫੜੀ ਤੇ ਗੁਰੂ ਸਾਹਿਬ ਨੂੰ ਮੌਲਵੀ ਕੋਲ ਲੈ ਗਏ। ਉਸ ਮੁਲਾਣੇ ਦੇ ਕੋਲ ਜਾ ਕੇ ਗੁਰੂ ਸਾਹਿਬ ਬੈਠ ਗਏ। ਉਹ ਕਹਿਣ ਲੱਗੇ, ਮੌਲਵੀ ਜੀ, ਮੇਰੇ ਪੁੱਤਰ ਨੂੰ ਪ੍ਰੇਮ ਨਾਲ ਪੜ੍ਹਾ ਦਿਓ। ਇਹ ਬੜਾ ਸਿਆਣਾ ਹੈ, ਇਹਨੂੰ ਮੈਂ ਪਾਂਧੇ ਕੋਲ ਵੀ ਪੜ੍ਹਨੇ ਪਾਇਆ ਸੀ। ਇਹ ਵਿਦਵਾਨ ਬਣ ਸਕਦਾ ਹੈ, ਇਸ ਕਰਕੇ ਮੌਲਵੀ ਜੀ ਤੁਸੀਂ ਇਹਨੂੰ ਛੇਤੀ ਪੜ੍ਹਾ ਦਿਓ। ਇਹ ਅਕਲਮੰਦ ਹੈ, ਇਹਨਾਂ ਨੂੰ ਆਪਣੇ ਕੋਲ ਬਿਠਾ ਕੇ ਪੜ੍ਹਾ ਦਿਓ। ਮੌਲਵੀ ਕਹਿਣ ਲੱਗਾ, ਇਹਨੂੰ ਮੈਂ ਜ਼ਰੂਰ ਪੜ੍ਹਾਵਾਂਗਾ, ਪਰ ਅੱਜ ਦਾ ਦਿਨ ਸ਼ੁਭ ਨਹੀਂ, ਇਹਨੂੰ ਮੈਂ ਕੱਲ੍ਹ ਪੜ੍ਹਾਵਾਂਗਾ। ਤੁਸੀਂ ਇਹਨੂੰ ਕੱਲ੍ਹ ਮੇਰੇ ਕੋਲ ਸਵੇਰੇ ਲਿਆਓ, ਮੈਂ ਇਹਨੂੰ ਬੜੇ ਪ੍ਰੇਮ ਨਾਲ ਪੜ੍ਹਾਵਾਂਗਾ। ਮੈਂ ਇਹਨੂੰ ਤੁਹਾਡਾ ਸਤਿਕਾਰ ਕਰਨਾ ਵੀ ਸਿਖਾਵਾਂਗਾ। ਮੈਂ ਕੱਲ੍ਹ ਇਸ ਨੂੰ ਦੇਖਾਂਗਾ ਕਿ ਇਹਦੀ ਪੜ੍ਹਾਈ ਵਿੱਚ ਕਿੰਨੀ ਰੁਚੀ ਹੈ। ਤੁਸੀਂ ਹੁਣ ਚਲੇ ਜਾਓ ਤੇ ਕੱਲ੍ਹ ਸਵੇਰੇ ਆਣਾ। ਤਾਂ ਗੁਰੂ ਸਾਹਿਬ ਦੇ ਪਿਤਾ ਜੀ ਘਰ ਚਲੇ ਗਏ। ਅਗਲੇ ਦਿਨ ਸਵੇਰ ਹੋਈ, ਉਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਨਾਲ ਲਿਆ ਤੇ ਉਹ ਮੌਲਵੀ ਕੋਲ ਚਲੇ ਗਏ। ਮਹਿਤਾ ਕਾਲੂ ਜੀ ਕਹਿਣ ਲੱਗੇ, ਪੁੱਤਰ ਨਾਨਕ, ਉੱਥੇ ਪ੍ਰੇਮ ਨਾਲ ਪੜ੍ਹੀ, ਕਿਤੇ ਬੱਚਿਆਂ ਨਾਲ ਉੱਥੇ ਖੇਡਾਂ ਵਿੱਚ ਮਸਤ ਨਾ ਰਹੀ। ਮੌਲਵੀ ਬੜਾ ਸਿਆਣਾ ਹੈ, ਤੈਨੂੰ ਦਿਨਾਂ ਵਿੱਚ ਪੜ੍ਹਾਈ ਪੜ੍ਹਾ ਦੇਗਾ। ਮੁਸਲਮਾਨਾਂ ਦਾ ਰਾਜ ਹੈ ਤੇ ਉਹਨਾਂ ਦੀ ਬੋਲੀ ਫਾਰਸੀ ਹੈ। ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਗੱਲਾਂ ਕਰਦੇ ਜਾ ਰਹੇ ਨੇ। ਤਾਂ ਮਹਿਤਾ ਕਾਲੂ ਜੀ ਮੌਲਵੀ ਜੀ ਕੋਲ ਪਹੁੰਚੇ, ਜਿੱਥੇ ਉਹ ਫਾਰਸੀ ਪੜ੍ਹਾਉਂਦੇ ਸਨ। ਉਹਨਾਂ ਨੇ 1 ਰੁਪਇਆ ਮੌਲਵੀ ਜੀ ਨੂੰ ਦਿੱਤਾ। ਉਹ ਥੋੜ੍ਹੀ ਜਿਹੀ ਮਠਿਆਈ ਲੈ ਕੇ ਆਏ ਤੇ ਉਹ ਮਠਿਆਈ ਪੜ੍ਹਾਈ ਤੋਂ ਪਹਿਲਾਂ ਵੰਡ ਦਿੱਤੀ। ਮੌਲਵੀ ਜੀ ਨੇ ਗੁਰੂ ਸਾਹਿਬ ਨੂੰ ਫੱਟੀ ਦਿੱਤੀ ਤੇ ਮੌਲਵੀ ਜੀ ਉਹਨਾਂ ਕੋਲ ਲਿਖਾਣ ਲੱਗੇ। ਮੁੱਲਾ ਜੀ ਨੇ ਕਲਮ ਫੜੀ ਤੇ ਕਲਮ ਦੇ ਨਾਲ ਅਲਫ ਲਿਖਿਆ। ਅਲਫ ਤੋਂ ਅੱਗੇ ਜਿੰਨੇ ਵੀ ਅਕਸ਼ਰ ਸਨ, ਉਹ ਮੁੱਲਾ ਜੀ ਨੇ ਗੁਰੂ ਸਾਹਿਬ ਨੂੰ ਪੜ੍ਹਾਏ ਤੇ ਨਾਲ ਉਹ ਗੁਰੂ ਸਾਹਿਬ ਜੀ ਤੋਂ ਬੁਲਾਉਂਦੇ ਰਹੇ। ਮੌਲਵੀ ਦੇ ਅਕਸ਼ਰ ਅਜੇ ਮੂੰਹ ਵਿੱਚ ਹੀ ਹੁੰਦਾ ਸੀ ਤੇ ਗੁਰੂ ਸਾਹਿਬ ਉਸ ਤੋਂ ਪਹਿਲਾਂ ਹੀ ਅਕਸ਼ਰ ਬੋਲ ਦਿੰਦੇ ਸਨ। ਮੌਲਵੀ ਦੇ ਬੋਲਣ ਵਿੱਚ ਦੇਰੀ ਹੁੰਦੀ ਸੀ
ਪਰ ਗੁਰੂ ਸਾਹਿਬ ਦੇ ਬੋਲਣ ਵਿੱਚ ਦੇਰੀ ਨਹੀਂ ਸੀ ਹੁੰਦੀ। ਪਰ ਗੁਰੂ ਸਾਹਿਬ ਉਸ ਤੋਂ ਪਹਿਲਾਂ ਹੀ ਝੱਟ ਬੋਲ ਦਿੰਦੇ ਸਨ। ਗੁਰੂ ਸਾਹਿਬ ਨੇ ਪਹਿਲਾਂ ਫਾਰਸੀ ਨਹੀਂ ਸੀ ਪੜ੍ਹੀ, ਉਹ ਫਾਰਸੀ ਪੜ੍ਹਨ ਪਹਿਲੇ ਦਿਨ ਹੀ ਆਏ ਸੀ। ਮੌਲਵੀ ਹੈਰਾਨ ਹੋ ਗਿਆ। ਉਹ ਸੋਚਣ ਲੱਗਿਆ, ਇਹ ਮੇਰੇ ਤੋਂ ਪਹਿਲਾਂ ਕਿਤੇ ਪੜ੍ਹ ਕੇ ਤਾਂ ਨਹੀਂ ਆਏ। ਪਹਿਲਾ ਦਿਨ ਹੋਵੇ ਤੇ ਬੱਚਾ ਇੱਦਾਂ ਥੋੜ੍ਹੀ ਪੜ੍ਹਦਾ ਹੈ। ਉਹ ਸੋਚਣ ਲੱਗਿਆ ਕਿ ਇੱਦਾਂ ਜਾਪਦਾ ਹੈ ਇਹ ਮੇਰੇ ਤੋਂ ਪਹਿਲਾਂ ਕਿਤੇ ਹੋਰ ਪੜ੍ਹ ਕੇ ਆਏ ਨੇ। ਉਹ ਸੋਚਣ ਲੱਗਿਆ, ਮੈਂ ਇਹਨਾਂ ਨੂੰ ਸਬਕ ਦੇ ਰਿਹਾ ਕਿ ਇਹ ਮੈਨੂੰ ਸਬਕ ਦੇ ਰਹੇ ਨੇ। ਫਾਰਸੀ ਦੇ ਅਕਸ਼ਰ ਬੜੇ ਮੁਸ਼ਕਲ ਹੁੰਦੇ ਨੇ ਪੜ੍ਹਨ ਵਾਸਤੇ, ਪਰ ਇਹ ਤਾਂ ਝਟਪਟ ਪੜ੍ਹੀ ਜਾਂਦੇ ਨੇ। ਮੌਲਵੀ ਨੇ ਦੇਖਿਆ ਇਹਨਾਂ ਦੀਆਂ ਆਮ ਬੱਚਿਆਂ ਵਰਗੀਆਂ ਆਦਤਾਂ ਨਹੀਂ ਹਨ। ਇਹ ਜਿਸ ਤਰ੍ਹਾਂ ਫਾਰਸੀ ਦੇ ਅਕਸ਼ਰਾਂ ਨੂੰ ਉਚਾਰ ਰਹੇ ਹੈ, ਐਦਾਂ ਲੱਗਦਾ ਹੈ ਜਿੱਦਾਂ ਇਹ ਬਜ਼ੁਰਗ ਹੋਵੇ। ਮੁੱਲਾ ਦੇਖਣ ਲੱਗਾ ਇਹਨਾਂ ਨੂੰ ਹੋਰ ਕੀ ਆਉਂਦਾ ਹੈ। ਉਹ ਵੱਟਿਆਂ ਬੱਚਿਆਂ ਦੀ ਪੜ੍ਹਾਈ ਪੜ੍ਹਾਉਣ ਲੱਗਾ। ਉਹ ਸੋਚਣ ਲੱਗਾ, ਇਹ ਜੋ ਪੜ੍ਹੀ ਜਾਂਦੇ ਹੈ ਉਹ ਤਾਂ 15 ਸਾਲ ਦੇ ਬੱਚੇ ਵੀ ਇੱਥੇ ਨਹੀਂ ਪੜ੍ਹ ਸਕਦੇ। ਜਿਨ੍ਹਾਂ ਨੂੰ 5-5 7-7 ਸਾਲ ਹੋ ਗਏ ਨੇ ਮੇਰੇ ਕੋਲੋਂ ਪੜ੍ਹਦਿਆਂ, ਇਹ ਉਹ ਸਭ ਕੁਝ ਪਹਿਲੇ ਦਿਨ ਹੀ ਪੜ੍ਹੀ ਜਾ ਰਹੇ ਨੇ। ਮੌਲਵੀ ਦੀਆਂ ਅੰਦਰਲੀਆਂ ਅੱਖਾਂ ਹੌਲੀ ਹੌਲੀ ਖੁੱਲ੍ਹਣ ਲੱਗੀਆਂ। ਉਹ ਸੋਚਣ ਲੱਗਾ, ਇਹ ਮਨੁੱਖ ਨਹੀਂ ਹੋ ਸਕਦੇ। ਇਹ ਜਾਪਦਾ ਹੈ ਇਹ ਕੋਈ ਓਲੀਆ ਜਾਂ ਪੈਗੰਬਰ ਹੈ ਜਿਹੜਾ ਇਸ ਮਨੁੱਖਾ ਸਰੀਰ ਵਿੱਚ ਆ ਕੇ ਸਾਨੂੰ ਕਿਰਤਾਰਥ ਕਰ ਰਿਹਾ ਹੈ। ਪੰਡਤ ਜੀ ਨੇ ਕਿਹਾ ਸੀ ਕਿ ਇਹਨਾਂ ਨੂੰ ਹਿੰਦੂ ਵੀ ਪੂਜਣਗੇ ਤੇ ਮੁਸਲਮਾਨ ਵੀ ਆਪਣਾ ਪੀਰ ਮੰਨਣਗੇ। ਗੁਰੂ ਸਾਹਿਬ ਦੀ ਸਿਫਤ ਤਾਂ ਪਹਿਲਾਂ ਹੀ ਹੋ ਰਹੀ ਸੀ ਕਿ ਮਹਿਤਾ ਕਾਲੂ ਜੀ ਦੇ ਘਰ ਜਿਹੜਾ ਪੁੱਤਰ ਜਨਮਿਆ ਹੈ ਉਹ ਬੜਾ ਸਿਆਣਾ ਹੈ। ਜਿਹੜਾ ਫਾਰਸੀ ਦਾ ਇਲਮ ਬੜਾ ਔਖਾ ਹੁੰਦਾ ਹੈ, ਉਹ ਪਲਾਂ ਵਿੱਚ ਹੀ ਗੁਰੂ ਸਾਹਿਬ ਸਭ ਕੁਝ ਪੜ੍ਹੀ ਜਾਂਦੇ। ਮੌਲਵੀ ਜੀ ਕਹਿਣ ਲੱਗੇ, ਇਹ ਪਹਿਲਾਂ ਹੀ ਸਭ ਕੁਝ ਪੜ੍ਹੇ ਹੋਏ ਨੇ। ਇਹ ਗੱਲ ਸਾਰੇ ਪਾਸੇ ਫੈਲ ਗਈ। ਲੋਕ ਗੁਰੂ ਸਾਹਿਬ ਕੋਲ ਆਉਂਦੇ ਤੇ ਉਹਨਾਂ ਦੀ ਪ੍ਰੀਖਿਆ ਕਰਦੇ ਕਿ ਦੇਖੀਏ ਇਹਨਾਂ ਨੂੰ ਫਾਰਸੀ ਆਉਂਦੀ ਹੈ। ਲੋਕ ਫਾਰਸੀ ਵਿੱਚ ਉਹਨਾਂ ਨਾਲ ਗੱਲ ਕਰਦੇ ਤੇ ਗੁਰੂ ਸਾਹਿਬ ਫਾਰਸੀ ਵਿੱਚ ਹੀ ਉਹਨਾਂ ਨੂੰ ਜਵਾਬ ਦਿੰਦੇ। ਜਿਹੜਾ ਵੀ ਸੁਣਦਾ ਉਹ ਸੁਣ ਕੇ ਹੈਰਾਨ ਹੋ ਜਾਂਦਾ। ਉਹਦੀ ਮਤ ਵਿਸਮਾਦ ਵਿੱਚ ਚਲੀ ਜਾਂਦੀ। ਸਾਰੇ ਆਪਸ ਵਿੱਚ ਮਿਲਦੇ ਤੇ ਗੁਰੂ ਸਾਹਿਬ ਦਾ ਜਸ ਕਰਦੇ। ਸਾਰੇ ਲੋਕ ਕਹਿਣ ਲੱਗੇ, ਗੁਰੂ ਸਾਹਿਬ ਦੀ ਉਮਰ ਛੋਟੀ ਹੈ ਪਰ ਉਹਨਾਂ ਦੀ ਬੁੱਧੀ ਬੜੀ ਵਿਸ਼ਾਲ ਹੈ। ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਗੁਰੂ ਸਾਹਿਬ ਕੋਲ ਆ ਕੇ ਮਿੱਠੇ ਬਚਨ ਸੁਣਦੇ। ਜਦੋਂ ਉਹ ਗੁਰੂ ਸਾਹਿਬ ਕੋਲ ਸੁਣਦੇ ਤਾਂ ਉਹਨਾਂ ਦਾ ਮਨ ਬੜਾ ਖੁਸ਼ ਹੁੰਦਾ। ਜਦੋਂ ਉਹ ਗੁਰੂ ਸਾਹਿਬ ਕੋਲ ਮਿੱਠੇ ਬੋਲ ਸੁਣਦੇ ਤਾਂ ਉਹਨਾਂ ਦੇ ਮਨ ਸੰਤੁਸ਼ਟ ਹੁੰਦੇ। ਗੁਰੂ ਸਾਹਿਬ ਸਭ ਨੂੰ ਬੜੀ ਸੁੰਦਰ ਕਥਾ ਸੁਣਾਉਂਦੇ। ਗੁਰੂ ਸਾਹਿਬ ਤੋਂ ਜਿਹੜਾ ਵੀ ਸੁਣਦਾ ਉਹ ਆਪਣੇ ਘਰ ਗੁਰੂ ਸਾਹਿਬ ਦੀ ਸਿਫਤ ਕਰਦਾ ਜਾਂਦਾ। ਉਹ ਕਹਿੰਦੇ, ਇਹ ਕਲਾਵਾਨ ਪੁਰਸ਼ ਹੈ। ਇਸ ਕਾਲ ਵਿੱਚ ਨਿਰੰਕਾਰ ਦੀ ਕੀਰਤੀ ਦਾ ਸਥਾਪਨ ਕਰਨ ਵਾਸਤੇ ਇਹ ਸੰਸਾਰ ਵਿੱਚ ਆਏ ਹਨ। ਘਰ ਦੇ ਕੰਮ ਛੱਡ ਕੇ ਲੋਕ ਗੁਰੂ ਸਾਹਿਬ ਦੇ ਕੋਲ ਆ ਜਾਂਦੇ ਤੇ ਆ ਕੇ ਗੁਰੂ ਸਾਹਿਬ ਜੀ ਦੀ ਸੋਹਣੀ ਮੂਰਤ ਦੇ ਦਰਸ਼ਨ ਕਰਦੇ ਜੋ ਸਾਰਿਆਂ ਦੇ ਮਨਾਂ ਨੂੰ ਭਾਉਂਦੀ ਹੈ। ਗੁਰੂ ਸਾਹਿਬ ਦੇ ਕੋਲ ਆ ਕੇ ਲੋਕ ਸਵਾਲ ਕਰਦੇ। ਉਹਨਾਂ ਦੇ ਮਨ ਵਿੱਚ ਜੋ ਹੁੰਦਾ ਉਹ ਗੁਰੂ ਸਾਹਿਬ ਕੋਲ ਆ ਕੇ ਪੁੱਛਦੇ ਤੇ ਉਹ ਗੁਰੂ ਸਾਹਿਬ ਕੋਲੋਂ ਬੜੇ ਸੁੰਦਰ ਬੋਲ ਸੁਣਦੇ। ਉਹਨਾਂ ਦਾ ਜੋ ਸਵਾਲ ਹੁੰਦਾ ਗੁਰੂ ਸਾਹਿਬ ਕੋਲੋਂ ਉਹਨਾਂ ਨੂੰ ਜਵਾਬ ਮਿਲ ਜਾਂਦਾ। ਲੋਕਾਂ ਨੇ ਜਾਣ ਲਿਆ ਕਿ ਇਹ ਅਵਤਾਰ ਹਨ। ਰਾਏ ਭੋਏ ਦੀ ਤਲਵੰਡੀ ਦੀ ਹਰ ਗਲੀ ਵਿੱਚ ਇਹ ਚਰਚਾ ਹੋਣ ਲੱਗ ਪਈ ਕਿ ਬੇਦੀਆਂ ਦੇ ਕੁਲ ਵਿੱਚ ਮਹਿਤਾ ਕਾਲੂ ਜੀ ਦੇ ਘਰ ਗੁਰੂ ਸਾਹਿਬ ਅਵਤਾਰ ਧਾਰ ਕੇ ਆਏ ਨੇ। ਇਹ ਕੋਈ ਅਵਤਾਰੀ ਪੁਰਸ਼ ਹਨ। ਰਾਏ ਭੋਏ ਤਲਵੰਡੀ ਦੇ ਲੋਕਾਂ ਵਿੱਚ ਸ਼ਰਧਾ ਵੱਜ ਗਈ। ਗੁਰੂ ਸਾਹਿਬ ਬੜੇ ਪਿਆਰੇ ਬੋਲ ਬੋਲਦੇ। ਉਹਨਾਂ ਦੇ ਬੋਲ ਬੜੇ ਅਮੋਲਕ ਸਨ। ਜੋ ਸਤਿਗੁਰੂ ਜੀ ਦੇ ਬੋਲ ਹਨ ਉਹਨਾਂ ਦਾ ਕੋਈ ਮੁੱਲ ਨਹੀਂ। ਰਾਏ ਭੋਏ ਦੀ ਤਲਵੰਡੀ ਵਿੱਚ ਲੋਕ ਗੁਰੂ ਸਾਹਿਬ ਦੀ ਕਲਾ ਜਾਣਨ ਲੱਗ ਪਏ। ਉਹਨਾਂ ਨੂੰ ਪਤਾ ਚੱਲ ਗਿਆ ਇਹ ਅਵਤਾਰੀ ਪੁਰਸ਼ ਨੇ। ਗੁਰੂ ਸਾਹਿਬ ਨੇ ਸਭ ਤੇ ਪਰਦਾ ਪਾਉਣਾ ਸੀ। ਉਹਨਾਂ ਨੇ ਆਪਣਾ ਸੁਭਾਅ ਬਦਲ ਲਿਆ। ਜਦੋਂ ਉਹਨਾਂ ਨੂੰ ਪਤਾ ਚੱਲ ਗਿਆ ਕਿ ਸਾਰੇ ਲੋਕਾਂ ਨੇ ਉਹਨਾਂ ਦੀ ਕਲਾ ਨੂੰ ਜਾਣ ਲਿਆ ਹੈ, ਗੁਰੂ ਸਾਹਿਬ ਨੇ ਇਹੋ ਜਿਹੀ ਖੇਡ ਵਰਤਾਈ। ਉਹਨਾਂ ਨੇ ਆਪਣਾ ਸੁਭਾਅ ਬਦਲ ਲਿਆ। ਗੁਰੂ ਸਾਹਿਬ ਅਣਜਾਣ ਬਣ ਗਏ। ਉਹ ਭੋਲੇ ਜਿਹੇ ਸਿੱਧੇ ਜਿਹੇ ਬੱਚੇ ਬਣ ਗਏ। ਉਹਨਾਂ ਨੇ ਆਪਣਾ ਆਪ ਛੁਪਾ ਲਿਆ। ਇਹ ਬੋਲਣਾ ਬੰਦ ਕਰ ਦਿੱਤਾ। ਕੋਈ ਆਂਦਾ ਤਾਂ ਗੁਰੂ ਸਾਹਿਬ ਚੁੱਪ ਰਹਿੰਦੇ। ਉਹ ਜ਼ਮੀਨ ਤੇ ਲੇਟ ਜਾਂਦੇ ਤੇ ਤਨ ਤੇ ਚਾਦਰ ਲੈ ਲੈਂਦੇ। ਉਹ ਨਾ ਹੀ ਕਿਸੇ ਨਾਲ ਬੋਲਦੇ ਤੇ ਨਾ ਹੀ ਕਿਸੇ ਨਾਲ ਖੇਡਦੇ। ਇਸ ਤਰੀਕੇ ਨਾਲ ਉਹਨਾਂ ਨੇ ਆਪਣਾ ਸੁਭਾਅ ਬਦਲ ਲਿਆ।